ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਸ਼ੁਰੂ ਕੀਤੀ ਸੀ ਗੌੜੀ ਸੁਖਮਨੀ ਦੀ ਬਾਣੀ ਦੀ, ਮਹੱਲੇ ਪੰਜਵੇਂ ਦੀ ਬਾਣੀ। ਗੌੜੀ ਰਾਗ ਦੇ ਵਿੱਚ ਸੁਖਮਨੀ ਸਾਹਿਬ ਦੀ ਜੋ ਬਾਣੀ ਹੈ, ਉਸ ਦੀ ਆਪਾਂ ਵਿਚਾਰ ਕਰ ਰਹੇ ਹਾਂ। 4 ਸ਼ਲੋਕ ਤੇ 4 ਅਸ਼ਟਪਦੀਆਂ ਆਪਾਂ ਵਿਚਾਰ ਚੁੱਕੇ ਹਾਂ। ਅੱਜ ਆਪਾਂ 5ਵਾਂ ਸ਼ਲੋਕ ਤੇ 5ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ। ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ, ਦੇਨਹਾਰ ਪ੍ਰਭ ਛੋੜ ਕੈ ਲੱਗ ਹੈ ਆਨ ਸੁਆਏ। ਦੇਨਹਾਰ ਜੋ ਦਾਤਾ ਹੈ, ਜੋ ਇੱਕ ਹੀ दाता है, दद्दा दाता एक है, सबको देवनहार। उस देनहार प्रभु ਨੂੰ ਛੱਡ ਕੇ ਹੋਰ ਸਵਾਰਥ ਦੇ ਵਿੱਚ ਲੱਗ ਗਏ। ਨਾਨਕ ਕਹੂ ਨਾ ਸੀਜਈ, ਬਿਨ ਨਾਵੈ ਪਤ ਜਾਏ। ਇਸ ਕਰਕੇ ਫਿਰ ਸਾਨੂੰ ਪ੍ਰਭੂ ਨੂੰ ਭੁੱਲੇ ਹਾਂ, ਦੂਜੇ ਨਾਲ ਲੱਗੇ ਹਾਂ ਤੇ ਸੋਝੀ ਵੀ ਕੋਈ ਨਹੀਂ ਹੈ ਪ੍ਰਭੂ ਦੀ, ਕਿ ਕਿਵੇਂ ਉਸ ਮਾਲਕ ਨਾਲ ਜੁੜਨਾ ਹੈ, ਕਿਵੇਂ ਦੂਜੇ ਨੂੰ ਛੱਡ ਕੇ ਉਸ ਪ੍ਰਭੂ ਦੇ ਨਾਲ ਜੁੜਨਾ ਹੈ। ਜੇ ਅਸੀਂ ਗਿਆਨ ਨਹੀਂ ਲੈਂਦੇ, ਸਾਨੂੰ ਸੋਝੀ ਨਹੀਂ ਆਉਂਦੀ, ਸਾਨੂੰ ਨਾਮ ਪ੍ਰਾਪਤ ਨਹੀਂ ਹੋਣਾ, ਕਿਉਂਕਿ ਕਲਯੁਗ ਦੇ ਵਿੱਚ ਨਾਮ ਹੀ ਸਭ ਤੋਂ ਵੱਡੀ ਦਾਤ ਹੈ। ਇਸ ਕਰਕੇ ਨਾਮ ਨਾਲ ਹੀ ਸਾਨੂੰ ਘਰ ਦੇ ਵਿੱਚ ਪਤ ਮਿਲਦੀ ਹੈ, ਮਾਣ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਫਿਰ ਅਸੀਂ ਆਪਣੀ ਪਤ ਗਵਾ ਕੇ ਜਾਵਾਂਗੇ। ਜੇ ਹੋਰ ਮਨੋਰਥ ਬਣਾ ਰੱਖੇ, ਹੋਰ ਸੁਆਉ ਬਣਾ ਰੱਖੇ, ਲੇਕਿਨ ਉਸ ਪ੍ਰਭੂ ਨੂੰ ਛੱਡਤਾ, ਉਸ ਪ੍ਰਭੂ ਦੇ ਨਾਲ ਪ੍ਰੇਮ ਨਾ ਪਾਇਆ। ਇਸ ਨੂੰ ਸਮਝਾਉਂਦੇ ਨੇ ਸ਼ਲੋਕ ਦੇ ਵਿੱਚ। ਆਓ ਹੁਣ ਅਸ਼ਟਪਦੀ ਵਿਚਾਰਦੇ ਹਾਂ। 10 ਵਸਤੂ ਲੈ ਪਾਛੈ ਪਾਵੈ। ਵਸਤਾਂ ਲੈ ਲੈਂਦਾ ਹੈ ਮਨ, ਜਿਵੇਂ ਸਰੀਰ ਹੈ, ਤਨ ਮਿਲਿਆ ਹੈ, ਤਨ ਸਾਡਾ 10 ਦੁਆਰਾਂ ਦਾ ਹੈ, ਲੇਕਿਨ 10ਵੇਂ ਦੁਆਰ ਨੂੰ ਭੁੱਲ ਗਏ। ਦੇਣਹਾਰ ਜੋ 10ਵੇਂ ਦੁਆਰ ਦੇ ਵਿੱਚ ਵਸਦਾ ਹੈ, ਉਸ ਨੂੰ ਅਸੀਂ ਭੁੱਲ ਗਏ ਤੇ ਆਪਣਾ ਜੀਵਨ ਗਵਾ ਲੈਂਦੇ ਹਾਂ। ਅਸੀਂ ਬੇਖੋਟ ਸੀ। ਇੱਕ ਹੁੰਦੀ ਹੈ ਖੋਟ, ਇੱਕ ਹੁੰਦਾ ਹੈ ਬੇਖੋਟ। ਬੇਖੋਟ ਦਾ ਮਤਲਬ ਖਰਾ, ਜਿਸ ਦੇ ਵਿੱਚ ਕੋਈ ਖੋਟ ਨਹੀਂ ਹੈ, ਜੋ ਖਰਾ ਹੈ। 10 ਦੁਆਰਾਂ ਦਾ ਸਰੀਰ ਅਸੀਂ ਪ੍ਰਾਪਤ ਕਰ ਲਿਆ, ਲੇਕਿਨ 10ਵੇਂ ਦੁਆਰ ਨੂੰ ਭੁੱਲ ਗਏ, ਪਰਮੇਸ਼ਰ ਨੂੰ ਭੁੱਲ ਗਏ। ਇਸ ਕਰਕੇ ਜਿਹੜਾ ਸਾਡਾ ਅਸੀਂ ਬੇਖੋਟ ਸੀ, ਅਸੀਂ ਖਰੇ ਸੀ, ਅਸੀਂ ਪ੍ਰਭੂ ਨੂੰ ਜਾਣਨ ਵਾਲੇ ਸੀ। ਬਹੁਤ ਸਾਰੀਆਂ ਅਵਸਥਾਵਾਂ ਸਾਨੂੰ ਦੱਸੀਆਂ ਨੇ ਕਿ ਅਸੀਂ ਹੰਸ ਦੀ ਨਿਆਈ ਸੀ,
ਤੇ ਉਹ ਅਸੀਂ ਆਪਣਾ ਪਦ ਗੁਆ ਲਿਆ ਹੈ, ਅਸੀਂ ਖੋਟੇ ਹੋ ਗਏ ਹਾਂ। ਹੋਏ ਕਿਉਂ? ਕਿਉਂਕਿ ਪ੍ਰਭੂ ਨੂੰ ਛੱਡਤਾ, ਦੇਣਹਾਰ ਨੂੰ ਛੱਡਤਾ। ਹੁਣ ਸਮਝਾਉਂਦੇ ਨੇ ਕਿ ਜੇ ਪ੍ਰਭੂ ਸਾਨੂੰ ਇਹ ਜਿਹੜਾ ਦਿੱਤਾ ਹੈ 10 ਦੁਆਰਾਂ ਦਾ ਸਰੀਰ, ਇਹ ਸਾਤੋਂ ਖੋਹ ਲਵੇ ਤੇ ਅਸੀਂ ਕੁਛ ਵੀ ਨਹੀਂ ਕਰ ਸਕਦੇ, ਕਿਉਂਕਿ ਅਸੀਂ ਚੀਜ਼ਾਂ ਨਾਲ ਪੈ ਗਏ, ਮਾਇਆ ਨਾਲ ਪੈ ਗਏ, ਪ੍ਰਭੂ ਨੂੰ ਭੁੱਲ ਗਏ। ਜੇ ਮਾਇਆ ਵੀ ਖੋਹ ਲਵੇ ਤੇ 10 ਦੁਆਰਾਂ ਦਾ ਸਰੀਰ ਇਹ ਹੈ, 9 ਦੁਆਰਾਂ ਦਾ ਜਿਹੜਾ ਸਰੀਰ ਸਾਡਾ ਹੈ ਇਹ ਮਾਇਆ। ਤੇ ਉਸ ਪ੍ਰਭੂ ਦਾ ਸਾਨੂੰ ਗਿਆਨ ਨਾ ਹੋਵੇ, ਜੋ ਨਾਮ ਹੈ ਉਹ ਵੀ ਨਾ ਪ੍ਰਾਪਤ ਹੋਵੇ, ਕਿਉਂਕਿ ਨਾਮ ਤੋਂ ਬਿਨਾਂ ਅਸੀਂ ਖੋਟੇ ਹਾਂ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਤੋ ਮੂੜਾ ਕਹੋ ਕਹਾ ਕਰੇ, ਅਸੀਂ ਮੂਰਖ ਕੁਛ ਨਹੀਂ ਕਰ ਸਕਦੇ, ਕਿਉਂਕਿ ਪ੍ਰਭੂ ਸਮਰੱਥ ਹੈ, ਉਸ ਦੀ ਮੌਜ ਹੈ, ਉਹ ਸਾਨੂੰ ਕੁਛ ਵੀ ਦੇ ਸਕਦਾ ਹੈ, ਉਸ ਦੀ ਮੌਜ ਹੈ, ਸਾਤੋਂ ਖੋ ਵੀ ਸਕਦਾ ਹੈ, ਕਿਉਂਕਿ ਦਾਤਾ ਇੱਕੋ ਹੀ ਹੈ। ਜੇ ਅਸੀਂ ਉਸ ਤੋਂ ਮੰਗਾਂਗੇ ਨਾਮ ਤੇ ਫਿਰ ਸਾਨੂੰ ਨਾਮ ਵੀ ਪ੍ਰਾਪਤ ਹੁੰਦਾ ਹੈ, ਕਿਉਂਕਿ ਪਰ ਮੰਗਣਾ ਪੈਂਦਾ ਹੈ। ਅਸੀਂ ਭੁੱਲੇ ਹਾਂ, ਬੇਸ਼ੱਕ ਉਸ ਪ੍ਰਭੂ ਨੇ ਸਾਨੂੰ ਇਹ 4 ਪਦਾਰਥ ਦੇ ਕੇ ਭੇਜਿਆ ਸੀ ਸੰਸਾਰ ਦੇ ਵਿੱਚ, ਤੇ ਅਸੀਂ ਨਾਮ ਨੂੰ ਵਿਸਾਰ ਦਿੱਤਾ ਹੈ, ਅਸੀਂ ਆਪਣਾ ਜੀਵਨ ਹਾਰ ਜਾਂਦੇ ਹਾਂ। ਮਹਾਰਾਜ ਸਮਝਾਉਂਦੇ ਨੇ 4 ਪਦਾਰਥ ਲੈ ਜਗ ਆਇਆ, शिव शक्ति कर वासा पाया, एक विसारे ता पिढ़ारे, अंधले नाम विसारा है। हुण असी नाम तो बिना साडी पत रुलदी है, असी नाम ना प्राप्त होने करके वेखो खोटे हो गए हाँ। जे प्रभु सानू नाम भी ना देवे ते इस दा शरीर भी खो लवे सातों, साडी तां फिर पत रुल जानी है, इस तां फिर 84 लाख जूना दे विच भटकांगे। इस करके महाराज समझाउंदे ने जिस ठाकर स्यो नाही चारा, प्रभु समर्थ है, उसदे अगे होर कोई चारा नहीं है, उत्थे कोई जोर जबरदस्ती नहीं है, उत्थे अरदास ही है, हुक्म नहीं चलता। नानक हुक्म ना चलई, नाल खसम चलै अरदास। हुक्म नहीं चलता, बेनती है, अरदास है। इस करके आप उस प्रभु तो वो वस्तु मंगनी है जिस वस्तु दे ना होने करके असी खोटे हो गए हाँ, खरे तो खोटे हो गए। उदी मौज है, पर असी मंगांगे उसके दर ते बैठ के, फिर सानू देंदा है जिथे असी खरे हो जाते हाँ, ते साडा संसार च आया प्रवान हो जाता है। लेकिन नाम भी प्राप्त ना होया ते जो दिता होया है वो भी सातों खो लिया, फिर असी अपने जीवन नू हार के चला जावांगे। नानक हुन असी जे बिन आवे पत जाए। जिस ठाकर सो नाही चारा, ताको कीजै सद नमस्कारा। इस करके नमस्कार करांगे, उस प्रभु दे चरनां च जुड़ांगे, ते वो सानू वो एक वस्तु जिस तो असी विछड़े हाँ वो भी सानू प्राप्त हो जाएगी। पर उस दर ते जाके निभना पैंदा है, प्रभु दे दर ते चरनां दे विच निभना पैंदा है। जाके मन लागा प्रभ मीठा,
ਜਿਨ੍ਹਾਂ ਨੂੰ ਇਹ ਗਿਆਨ, ਇੱਕ ਗੁਰ ਦਾ ਗਿਆਨ ਲੈ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਦੇ ਨੇ, ਜਿਨ੍ਹਾਂ ਨੂੰ ਪ੍ਰਭੂ ਮਿੱਠਾ ਲੱਗਦਾ ਹੈ, ਪ੍ਰਭੂ ਦਾ ਗਿਆਨ ਮਿੱਠਾ ਲੱਗਦਾ ਹੈ। ਜਿਵੇਂ ਸੁਖਮਨੀ ਸਾਹਿਬ 'ਚ ਆਪਾਂ ਅੱਗੇ ਵੀ ਪੜ੍ਹਾਂਗੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਜਿਨ੍ਹਾਂ ਨੂੰ ਇਹ ਗਿਆਨ ਦੇਣਹਾਰ ਨੂੰ ਜਾਣਨ ਦਾ, ਕਿਉਂਕਿ ਸੰਤਾਂ ਦਾ, ਸਾਧੂ ਜਨਾਂ ਦਾ ਸੰਗ ਕਰਕੇ, ਜਿਵੇਂ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ ਕਿਵੇਂ ਜਾਣਾ ਹੁੰਦਾ ਉਸ ਪ੍ਰਭੂ ਦੇ ਦਰ 'ਤੇ, ਕਿ ਆਪਣੇ ਆਪ ਨੂੰ ਕੁਛ ਵੀ ਨਹੀਂ ਜਨਾਉਣਾ। ਅੰਧਾ, ਆਪਣੇ ਆਪ ਨੂੰ ਅੰਧਾ ਸਮਝਣਾ ਹੈ, ਬੋਲਾ ਸਮਝਣਾ ਹੈ, ਗੂੰਗਾ ਸਮਝਣਾ ਹੈ, ਪਿੰਗਲਾ ਸਮਝਣਾ ਹੈ ਕਿ ਅਸੀਂ ਕੁਛ ਨਹੀਂ ਕਰ ਸਕਦੇ। ਫਿਰ ਪ੍ਰਭੂ ਦੇ ਅੱਗੇ ਬੇਨਤੀ ਕਰਨੀ ਹੈ, ਫਿਰ ਉਹ ਸਾਨੂੰ ਬਖਸ਼ ਦਿੰਦਾ ਹੈ। ਇੱਦਾਂ ਉਸ ਪ੍ਰਭੂ ਦੇ ਚਰਨਾਂ ਨੂੰ, ਜੋ ਇਹ ਗੁਰ ਦਾ ਗਿਆਨ ਲੈ ਕੇ ਜਿਨ੍ਹਾਂ ਨੂੰ ਮਿੱਠਾ ਲੱਗ ਜਾਂਦਾ ਹੈ, ਸਰਬ ਸੁਖ ਤਾਹੂ ਮਨ ਬੂਠਾ, ਸਾਰੇ ਸੁੱਖ ਉਹਦੇ ਮਨ ਵਿੱਚ ਆ ਕੇ ਵਸ ਜਾਂਦੇ ਨੇ, ਕਿਉਂਕਿ ਮਾਲਿਕ ਹੀ ਵਸ ਗਿਆ, ਨਾਮ ਹੀ ਵਸ ਗਿਆ, ਸੁੱਖਾਂ ਦੀ ਮਨੀ ਹੀ ਵਸ ਗਈ। ਜੋ ਨਾਮ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਜਦੋਂ ਨਾਮ ਹੀ ਮਨ ਦੇ ਵਿੱਚ ਵਸ ਗਿਆ ਤੇ ਸਾਰੇ ਸੁੱਖ ਆ ਕੇ ਵਸ ਗਏ। ਜੋ ਦੇਣਹਾਰ ਪ੍ਰਭੂ ਹੀ ਮਨ ਦੇ ਵਿੱਚ ਵਸ ਗਿਆ, ਜੋ ਸੁੱਖਾਂ ਦਾ ਮਾਲਕ ਹੈ। ਜਿਸ ਜਨ ਆਪਣਾ ਹੁਕਮ ਮਨਾਇਆ। ਫਿਰ ਜਿਨ੍ਹਾਂ ਨੂੰ ਪ੍ਰਭੂ ਮਿੱਠਾ ਲੱਗਦਾ ਹੈ, ਜਿਨ੍ਹਾਂ ਨੂੰ ਉਸ ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ, ਗੁਰ ਦਾ ਗਿਆਨ ਮਿੱਠਾ ਲੱਗਦਾ ਹੈ, ਨਾਮ ਮਿੱਠਾ ਲੱਗਦਾ ਹੈ, ਫਿਰ ਪ੍ਰਭੂ ਉਹਨਾਂ ਨੂੰ ਆਪਣਾ ਹੁਕਮ ਮਨਾ ਲੈਂਦਾ ਹੈ। ਪਰ ਪਹਿਲਾਂ ਜਿਨ੍ਹਾਂ ਨੂੰ ਉਹ ਪਿਆਰਾ ਲੱਗਦਾ ਹੈ, ਜਿਨ੍ਹਾਂ ਨੂੰ ਉਹ ਪਾਉਂਦਾ ਹੈ, ਕਿਉਂਕਿ ਸੰਸਾਰ ਦੇ ਨਾਲ ਜੁੜੇ ਹਾਂ, ਮੋਹ ਮਾਇਆ ਦੇ ਨਾਲ ਜੁੜੇ ਹਾਂ, ਆਕਾਰਾਂ ਨਾਲ ਜੁੜੇ ਹਾਂ, ਨਿਰੰਕਾਰ ਦੇ ਨਾਲ ਪਿਆਰ ਪਾਉਣਾ ਵੀ ਥੋੜ੍ਹਾ ਔਖਾ ਹੈ, ਕਿਉਂਕਿ ਇੱਧਰ ਛੱਡਾਂਗੇ ਪਿਆਰ, ਫਿਰ ਉੱਧਰ ਪੈਂਦਾ ਹੈ। ਜਿਨ੍ਹਾਂ ਨੂੰ ਮਾਇਆ ਮਿੱਠੀ ਲੱਗਦੀ ਹੈ, ਉਹਨਾਂ ਨੂੰ ਪ੍ਰਭੂ ਮਿੱਠਾ ਨਹੀਂ ਲੱਗਦਾ। ਉਹਨਾਂ ਨੂੰ ਮਾਇਆ ਮਿੱਠੀ ਹੈ, ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਹੈ। ਅੰਮ੍ਰਿਤ ਕੌੜਾ ਬਿਖਿਆ ਮੀਠੀ, ਸਾਕਤ ਕੀ ਬਿਦ ਨੈਣੋ ਡੀਠੀ। ਜਿਨ੍ਹਾਂ ਨੂੰ ਪ੍ਰਭੂ ਮਿੱਠਾ ਲੱਗ ਗਿਆ, ਫਿਰ ਪ੍ਰਭੂ ਉਹਨਾਂ ਨੂੰ ਆਪਣਾ ਹੁਕਮ ਮਨਾ ਲੈਂਦਾ ਹੈ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਤਾਹੂ, ਸਰਬ ਥੋਕ ਨਾਨਕ ਤਿਨ ਪਾਇਆ। ਉਹਨਾਂ ਨੂੰ ਫਿਰ ਆਪ ਪ੍ਰਭੂ ਸਾਰਾ ਖਜ਼ਾਨਾ ਦੇ ਦਿੰਦਾ, ਆਪਣਾ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ। ਪਰ ਜਿਨ੍ਹਾਂ ਨੂੰ ਉਹ ਮਿੱਠਾ ਲੱਗਦਾ ਹੈ, ਫਿਰ ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮਨਾ ਲੈਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਪਾ ਜਾਂਦਾ ਹੈ, ਗੁਰ ਦਾ ਗਿਆਨ ਪਾ ਜਾਂਦਾ ਹੈ, ਤੇ ਪ੍ਰਭੂ ਨੂੰ ਉਹ ਪਾ ਜਾਂਦੇ ਨੇ, ਫਿਰ ਉਹਨਾਂ ਨੂੰ ਇੱਕ ਖਜ਼ਾਨਾ ਦਿੰਦਾ ਹੈ ਨਾਮ ਦਾ। ਅਗੰਤ ਸਾ ਆਪਣੀ ਦੇ ਰਾਸ। ਫਿਰ ਉਹ ਮਾਲਕ ਜੋ ਅਗੰਤ ਹੈ, ਆਪਣਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ, ਆਪਣਾ ਧਨ ਬਖਸ਼ਿਸ਼ ਕਰ ਦਿੰਦਾ ਹੈ, ਜੋ ਗਿਣਤੀ ਮਿਣਤ 'ਚ ਨਹੀਂ, ਜੋ ਅਪਾਰ ਹੈ। ਖਾਤ ਪੀਤ ਵਰਤੈ ਅਨੰਦ ਉਲਾਸ। ਇਹ ਸੰਸਾਰਕ ਜਿਹੜਾ ਹੈ ਭੋਜਨ, ਇਹ ਤਨ ਦੀ ਖੁਰਾਕ, ਇਹ ਤਾਂ ਮਿਲਦੀ ਹੀ ਹੈ, ਲੇਕਿਨ ਮਨ ਵੀ ਆਪਣੇ ਭੋਜਨ ਨੂੰ ਖਾਂਦਾ ਹੈ, ਆਨੰਦ ਵਿੱਚ ਰਹਿੰਦਾ ਹੈ, ਨਾਮ ਨੂੰ ਪੀਂਦਾ ਹੈ, ਨਾਮ ਨੂੰ ਭੋਜਨ ਬਣਾ ਲੈਂਦਾ ਹੈ, ਕਿਉਂਕਿ ਮਨ ਦਾ ਭੋਜਨ ਜਿਹੜਾ ਹੈ ਉਹ ਨਾਮ ਹੈ। ਮਨ ਵਾਸਤੇ ਅੰਮ੍ਰਿਤ ਨਾਮ ਹੈ। ਉਹ ਆਪ ਵੀ ਖਾਂਦਾ, ਉਹ ਵਰਤਾਉਂਦਾ ਵੀ ਹੈ। ਖਾਵੈ ਖਰਚੈ ਰਲ ਮਿਲ ਪਾਈ, ਤੋਟ ਨਾ ਆਵੈ ਬਦ ਹੋ ਜਾਈ। ਖਾਤ ਪੀਤ, ਖਾਤ ਖਰਚਤ ਬਿਲਸ਼ਤ ਰਹੇ, ਟੂਟ ਨਾ ਜਾਹੇ ਭੰਡਾਰ। ਖਾਈ ਜਾਓ, ਖਰਚੀ ਜਾਓ, ਆਨੰਦ ਮਾਣੋ, ਭੰਡਾਰ ਜਿਹੜਾ ਖਤਮ ਨਹੀਂ ਹੁੰਦਾ, ਕਿਉਂਕਿ ਅਗੰਤ ਹੈ, ਗਿਣਤੀ ਮਿਣਤੀ ਦਾ ਨਹੀਂ ਹੈ। ਆਪਣੀ ਅਮਾਨ।
ਕਛ ਬਾਹਰ ਸਾਲੇ। ਉਸ ਪ੍ਰਭੂ ਦੀ ਇਹ ਆਪਣੀ ਅਮਾਨਤ ਹੈ। ਉਹ ਜਿਸ ਨੂੰ ਭਾ ਜਾਂਦਾ, ਜਿਸ ਨੂੰ ਕੋਈ ਜੀਵ ਪਾ ਜਾਂਦਾ, ਪ੍ਰਭੂ ਨੂੰ ਜੋ ਪਾ ਜਾਂਦਾ ਹੈ, ਉਸ ਨੂੰ ਇਹ ਖਜ਼ਾਨਾ ਦਿੰਦਾ ਹੈ। ਪਰ ਕੁਛ ਲੋਕ ਐਸੇ ਨੇ ਜਿਹੜੇ ਰੋਸ ਕਰਦੇ ਨੇ, ਮਨ ਦੇ ਵਿੱਚ ਰੋਸ ਕਰਦੇ ਨੇ ਕਿ ਇਸ ਨੂੰ ਦਿੱਤਾ, ਮੈਨੂੰ ਨਹੀਂ ਦਿੱਤਾ। ਜਿਹੜੇ ਅਗਿਆਨੀ ਜੀਵ ਨੇ, ਜਿਹੜੇ ਗਿਆਨਵਾਨ ਨੇ, ਉਹਨਾਂ ਨੂੰ ਤਾਂ ਇਹ ਪਤਾ ਹੈ ਕਿ ਪ੍ਰਭੂ ਮੌਜ ਹੈ ਉਸਦੀ, ਉਸ 'ਤੇ ਕੋਈ ਜ਼ੋਰ ਨਹੀਂ ਹੈ। ਉਹ ਜਿਸ ਨੂੰ ਮਰਜ਼ੀ ਦੇ ਸਕਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਕਿਉਂਕਿ ਉਹਦੇ ਹੱਥ 'ਚ। ਪਰ ਅਗਿਆਨੀ ਲੋਕ ਨੇ ਜਿਹੜੇ, ਉਹ ਰੋਸ ਕਰਦੇ ਨੇ ਵੀ ਇਸ ਨੂੰ ਕਿਉਂ ਦਿੱਤੀ, ਮੈਨੂੰ ਕਿਉਂ ਨਹੀਂ ਦਿੱਤੀ। ਪਰ ਪ੍ਰਭੂ ਜੋ ਪਾ ਗਿਆ ਉਸਨੂੰ, ਜਿਨ੍ਹਾਂ ਨੂੰ ਪ੍ਰਭੂ ਮਿੱਠਾ ਲੱਗਦਾ, ਉਹਨਾਂ ਨੂੰ ਆਪਣਾ ਹੁਕਮ ਮਨਾਉਂਦਾ ਤੇ ਉਹਨਾਂ ਨੂੰ ਇਹ ਖਜ਼ਾਨਾ ਦਿੰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਉਹ ਜੀ ਫਿਰ ਰੋਸ ਕਰਦੇ ਨੇ। ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੇ। ਫਿਰ ਜੀਵ ਆਪਣੀ ਪ੍ਰਤੀਤ ਆਪ ਖੋ ਲੈਂਦਾ ਹੈ। ਜਦ ਗਿਆਨ ਨਹੀਂ ਹੈ, ਆਪਾਂ ਉਸ ਪ੍ਰਭੂ ਤੋਂ ਜਦੋਂ ਇਹ ਗਿਆਨ ਲੈਂਦੇ ਹਾਂ ਤੇ ਉਸ ਦੇ ਵਾਸਤੇ ਸਾਨੂੰ ਕੁਛ ਸੌਂਪਣਾ ਪੈਂਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਹੁਕਮ ਮੰਨਿਆ ਜਾਂਦਾ ਤਾਂ ਹੀ ਜੇ ਆਪਾਂ ਸੌਂਪ ਦੇਵਾਂਗੇ। ਪਰ ਜਿਹੜੇ ਅਗਿਆਨੀ ਜੀਵ ਨੇ, ਉਹ ਮੁੱਕਰ ਜਾਂਦੇ ਨੇ। ਪ੍ਰਭੂ ਕੋਲ ਤੋਟ ਨਹੀਂ, ਦੇਂਦੇ ਤੋਟ ਨਾ ਆਵੈ ਸੱਚ, ਲੈ ਲੈ ਮੁੱਕਰ ਪਾਉਂਦੇ ਕੱਚ। ਪਰ ਅਗਿਆਨੀ ਜੀਵ ਨੇ ਜਿਹੜੇ, ਉਹ ਮੁੱਕਰ ਜਾਂਦੇ ਨੇ, ਉਹ ਆਪਣੇ ਬਚਨਾਂ ਤੋਂ ਬਦਲ ਜਾਂਦੇ ਨੇ ਤੇ ਫਿਰ ਪ੍ਰਭੂ ਉਹਨਾਂ ਨੂੰ ਇਹ ਖਜ਼ਾਨਾ ਨਹੀਂ ਦਿੰਦਾ, ਕਿਉਂਕਿ ਆਪਣੀ ਪ੍ਰਤੀਤ ਖੋ ਲੈਂਦੇ ਨੇ, ਆਪਣਾ ਭਰੋਸਾ ਖੋ ਲੈਂਦੇ ਨੇ ਤੇ ਫਿਰ ਉਸਦਾ ਵਿਸ਼ਵਾਸ ਨਹੀਂ ਕਰਦਾ। ਬਹੁਰ ਉਸਕਾ ਵਿਸ਼ਵਾਸ ਨਾ ਹੋਵੇ, ਫਿਰ ਉਸਦਾ ਵਿਸ਼ਵਾਸ ਨਹੀਂ ਹੈ। ਜਿਸ ਕੀ ਵਸਤ ਤਿਸ ਆਗਾ ਰੱਖ ਹੈ। ਹੁਣ ਜਿਹੜੀ ਵਸਤੂ ਕਿਸ ਨੇ ਦਿੱਤਾ ਹੈ, ਇਹ 10 ਦੁਆਰਾਂ ਦਾ ਸਰੀਰ ਕਿਸ ਨੇ ਦਿੱਤਾ ਹੈ ਸਾਨੂੰ? ਉਸ ਪ੍ਰਭੂ ਨੇ ਦਿੱਤਾ ਹੈ। ਜੇ ਅਸੀਂ ਆਪਣਾ ਤਨ ਮਨ ਸੌਂਪ ਦੇਵਾਂਗੇ ਪ੍ਰਭੂ ਨੂੰ ਤੇ ਉਹਦੇ ਹੁਕਮ ਚੱਲ ਪਵਾਂਗੇ। ਪਰ ਅਸੀਂ ਜਿਹੜੇ ਅਗਿਆਨੀ ਜੀਵ ਨੇ, ਉਹ ਮੁੱਕਰ ਜਾਂਦੇ ਨੇ, ਉਹ ਮਾਨਤ ਦੇ ਕੇ ਵੀ ਮੁੱਕਰ ਜਾਂਦੇ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜਿਹਦੀ ਵਸਤੂ ਹੈ ਉਸ ਤੇ ਅੱਗੇ ਰੱਖ ਦਈਏ, ਸੌਂਪ ਦਈਏ, ਤਨ ਮਨ ਤਨ ਸਭ ਸੌਂਪ ਗੁਰ ਕੋ। ਪ੍ਰਭ ਕੀ ਆਗਿਆ ਮਾਨੈ ਮਤ ਹੈ। ਮਸਤਕ ਤੇ ਗਿਆਨ ਜਿਹੜਾ ਹੈ, ਜਿਹੜਾ ਆਪਾਂ ਲਾਉਂਦੇ ਹਾਂ, ਜਾਂਦੇ ਹਾਂ ਇੱਧਰੋਂ ਤੇ ਮਸਤਕ ਤੱਕ ਇਹ ਗਿਆਨ ਲੈਂਦੇ ਹਾਂ। ਇਹੀ ਹੁਕਮ ਹੈ ਜਿਹੜੇ ਜੀਵ ਮੰਨਦੇ ਨੇ। ਮੱਥੇ ਤੱਕ ਦਾ ਇਹ ਗਿਆਨ, ਮਸਤਕ ਤੱਕ ਦਾ ਇੱਥੇ ਸਮ ਕਰਦੇ, ਫਿਰ ਨੀਚੇ, ਫਿਰ ਆਪਾਂ ਮਸਤਕ ਤੱਕ ਜਾਂਦੇ ਹਾਂ। ਇਹ ਹੁਕਮ ਹੈ, ਇਹ ਆਗਿਆ ਹੈ। ਜਿਨ੍ਹਾਂ ਨੂੰ ਇਹ ਆਗਿਆ ਮਿੱਠੀ ਲੱਗ ਜਾਂਦੀ ਹੈ, ਉਹ ਪ੍ਰਭੂ ਨੂੰ ਪਾ ਜਾਂਦੇ ਨੇ। ਇਸ ਕਰਕੇ ਸਮਝਾਉਂਦੇ ਨੇ ਕਿ ਉਸ ਦੀ ਆਗਿਆ ਨੂੰ ਮਸਤਕ ਤੇ ਮੰਨਣਾ ਹੈ ਤੇ ਇਹ ਫਿਰ ਪ੍ਰਭੂ ਨੂੰ ਪਾਉਂਦਾ ਹੈ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਇਹ ਜੇ ਮਿਲ ਜਾਵੇ, ਇਹ ਮਸਤਕ ਤੇ ਲਾਉਂਦੇ ਨੇ। ਇਹ ਦਾਨ ਹੈ ਅਸਲੀ, ਉਸ ਮਾਲਕ ਦਾ ਦਿੱਤਾ ਹੋਇਆ ਖਜ਼ਾਨਾ ਜਿਹੜਾ ਹੈ। ਉਸ ਤੇ ਚੌਗਣ ਕਰੈ ਨਿਹਾਲ। ਜੇ ਅਸੀਂ ਤਨ ਮਨ ਉਸ ਨੂੰ ਸੌਂਪ ਦੇਵਾਂਗੇ ਤੇ ਪ੍ਰਭੂ ਸਾਨੂੰ ਉਹ ਦਾਤ ਦਿੰਦਾ ਹੈ
ਜਿਹੜੀ ਇਸ ਤੋਂ ਬਹੁਤ ਜ਼ਿਆਦਾ, ਕਈ ਗੁਣਾ ਜ਼ਿਆਦਾ ਹੈ, ਜੋ ਨਾਮ ਹੀ ਪ੍ਰਾਪਤ ਹੋ ਗਿਆ। ਨਾਮ ਤਾਂ ਕਿੱਡਾ ਹੈ, ਜੇਵੜ ਆਪ ਤੇਵੜ ਤੇਰੀ ਦਾਤ। ਇਸ ਕਰਕੇ ਸਾਨੂੰ ਨਿਹਾਲ ਕਰ ਦਿੰਦਾ, ਪਰ ਜੇ ਅਸੀਂ ਆਪਾਂ ਸਮਰਪਿਤ ਕਰ ਦਈਏ, ਉਸ ਨੂੰ ਸੌਂਪ ਦਈਏ। ਨਾਨਕ ਸਾਹਿਬ ਸਦਾ ਦਿਆਲ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਪਰ ਅਸੀਂ ਉਸ ਦੀ ਦਿੱਤੀ ਚੀਜ਼ ਨੂੰ ਆਪਣੀ ਸਮਝ ਲੈਂਦੇ ਹਾਂ, ਜਦ ਕਿ ਸਾਡਾ ਨਹੀਂ ਹੈ। ਗੁਰਬਾਣੀ ਸਮਝਾਉਂਦੀ ਹੈ, ਜੋ ਅਸੀਂ ਸਮਝ ਬੈਠੇ ਆਪਣਾ ਤਨ, ਤਨ ਸਾਡਾ ਨਹੀਂ ਹੈ। ਤਨ ਦੁਆਰੇ ਜੋ ਅਸੀਂ ਹੋਰ ਸਮਝੀ ਬੈਠੇ ਹਾਂ, ਇਸ ਸੰਸਾਰ ਦੀਆਂ ਵਸਤਾਂ, ਇਹ ਵੀ ਸਾਡੀਆਂ ਨਹੀਂ ਹਨ। ਜੋ ਤਨ ਤੈਂ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਹਿਨ। ਦੇਖੋ ਸੋਚ ਵਿਚਾਰੀ, ਇਹ ਸਾਡੀਆਂ ਨਹੀਂ, ਇਹ ਪ੍ਰਭੂ ਦੀਆਂ ਨੇ, ਉਸਨੇ ਸਾਨੂੰ ਦਿੱਤੀਆਂ ਨੇ। ਇਸ ਕਰਕੇ ਜੇ ਅਸੀਂ ਜੋ ਚਾਹੇ ਤੇ ਅਸੀਂ ਉਸ ਨੂੰ ਸੌਂਪ ਦਿੰਦੇ ਹਾਂ, ਕਿਉਂਕਿ ਉਸਦੇ ਕੋਲ ਤੋੜਾ ਨਹੀਂ ਹੈ, ਉਸਦੇ ਕੋਲ ਘਾਟਾ ਨਹੀਂ ਹੈ। ਉਹ ਇੱਕ ਸਾਡੀ ਪਰਖ ਕਰਦਾ ਹੈ। ਪਰ ਇੱਥੇ ਜੀਵ ਮੁੱਕਰ ਜਾਂਦੇ। ਜੇ ਸਾਤੋਂ ਜਿੰਨੀ ਦੇਰ ਦਿੰਦਾ ਅਸੀਂ ਖੁਸ਼ ਰਹਿੰਦੇ, ਕੁਛ ਲੈ ਲੈਂਦਾ ਤੇ ਅਸੀਂ ਰੋਸ ਕਰਦੇ ਹਾਂ, ਫਿਰ ਮਾਲਕ ਨੂੰ ਪਾਉਂਦਾ ਨਹੀਂ। ਜਿਵੇਂ ਆਪਾਂ ਦੇਖਦੇ ਹਾਂ, ਕਈ ਵਾਰੀ ਆਪਾਂ ਬੱਚੇ ਨੂੰ ਪਰਖਦਾ ਹੈ ਮਾਂ ਬਾਪ, ਕੋਈ ਚੀਜ਼ ਦਿੰਦਾ, ਬੱਚਾ ਖੁਸ਼ ਹੁੰਦਾ, ਫਿਰ ਖੋਹ ਲੈਂਦਾ, ਫਿਰ ਬੱਚਾ ਰੋਂਦਾ ਹੈ। ਹਾਲਾਂਕਿ ਮਾਂ ਬਾਪ ਨੇ ਬੱਚੇ ਨੂੰ ਹੀ ਦੇਣਾ ਹੁੰਦਾ ਹੈ। ਇੱਦਾਂ ਹੀ ਅਸੀਂ ਜਦ ਤੱਕ ਸਾਨੂੰ ਗਿਆਨ ਨਹੀਂ, ਅਸੀਂ ਰੋਸ ਕਰਦੇ ਹਾਂ। ਜਦੋਂ ਗਿਆਨ ਹੋ ਜਾਂਦਾ, ਫਿਰ ਆਪਾਂ ਆਪਣਾ ਸਮਝਦੇ ਨਹੀਂ। ਜਿਵੇਂ ਭਗਤਾਂ ਨੇ ਕਿਹਾ, ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਤੈਨੂੰ ਸੌਂਪਤਾ, ਮੇਰਾ ਨਹੀਂ ਹੈ। ਪਰ ਐਸਾ ਹੋ ਜਾਂਦਾ ਹੈ ਕਿ ਉਸੇ ਦਾ ਰੂਪ ਹੋ ਜਾਂਦਾ ਹੈ। ਬਾਬਾ ਕਬੀਰ ਜੀ ਪਰਮੇਸ਼ਰ ਦਾ ਰੂਪ ਹੋ ਗਏ। ਰਾਮ ਕਬੀਰਾ ਏਕ ਪਏ, ਇੱਕ ਹੋ ਗਏ। ਪਰ ਹੋਏ ਕਦੋਂ? ਜਦੋਂ ਆਪਾਂ ਸਮਰਪਿਤ ਕੀਤਾ, ਜਦੋਂ ਇਹ ਕਿਹਾ ਵੀ ਮੇਰਾ ਨਹੀਂ, ਜੋ ਹੈ ਤੇਰਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਉਹ ਦਿਆਲੂ ਕਿਰਪਾਲੂ ਹੈ ਪ੍ਰਭੂ। ਜੇ ਅਸੀਂ ਉਸ ਨੂੰ ਸੌਂਪ ਦਿੰਦੇ ਹਾਂ, ਉਸ ਤੋਂ ਸਾਨੂੰ ਚੌਗੁਣਾ ਨਿਹਾਲ ਕਰ ਦਿੰਦਾ ਹੈ। ਅਨੇਕ ਭਾਤ ਮਾਇਆ ਕੇ ਹੇਤ। ਹੁਣ ਜੀਵ ਜਿਹੜਾ ਪਿਆਰ ਕਿਸ ਨਾਲ ਕਰਦਾ ਹੈ? ਮਾਇਆ ਦੇ ਨਾਲ। ਕਿਉਂਕਿ ਮਾਇਆ ਦੇ ਪਿਆਰ ਬਹੁਤ ਤਰ੍ਹਾਂ ਦੇ ਨੇ। ਕਿਸੇ ਨੂੰ ਮਾਇਆ ਦਾ ਇੱਕ ਬਹੁਤ ਵੱਡਾ ਦਾਇਰਾ ਹੈ ਮਾਇਆ ਦਾ, ਜਿਸ ਦੇ ਵਿੱਚ 3 ਗੁਣ ਆ ਜਾਂਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਫਿਰ ਇਸ ਦੇ ਵਿੱਚ ਹੀ ਇਹ 5 ਆਪਣਾ ਰੋਲ ਕਰਦੇ ਨੇ ਵੱਖਰਾ ਵੱਖਰਾ। ਕਿਤੇ ਇਹ ਜਾ ਕੇ ਚੋਰਾਂ ਦਾ ਰੋਲ ਕਰਦੇ ਨੇ, ਕਿਤੇ ਠੱਗਾਂ ਦਾ ਰੋਲ ਕਰਦੇ ਨੇ। ਤਰੀਕਾ ਹੈ ਉਹੀ, ਤਰੀਕਾ ਵਰਤਦੇ ਨੇ ਆਪਣਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜੀਵ ਨੂੰ ਇੱਦਾਂ ਉਲਝਾ ਲੈਂਦੇ ਨੇ, ਜਦੋਂ ਜੀਵ ਮਾਇਆ ਦੇ ਪਿਆਰ ਵਿੱਚ ਫਸ ਜਾਂਦਾ ਹੈ। ਅਨੇਕ ਭਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਅਖੀਰ ਇਹ ਸਾਰਾ ਕੁਝ ਛੱਡਣਾ ਹੈ, ਛੱਡ ਕੇ ਜਾਣਾ ਹੈ। ਨਾਸਵਾਨ ਹੈ, ਕਿਉਂਕਿ ਮਾਇਆ ਹੈ ਨਾਸਵਾਨ। ਲੇਕਿਨ ਫਿਰ ਵੀ ਸਾਡਾ ਪਿਆਰ ਉਸ ਦੇ ਵਿੱਚ ਪਿਆ ਰਹਿੰਦਾ ਹੈ, 3 ਗੁਣ ਮਾਇਆ ਦੇ ਵਿੱਚ। ਬਿਰਖ ਕੀ ਛਾਇਆ ਸਿਉ ਰੰਗ ਲਾਵੇ। ਬਿਰਖ ਕੀ ਹੈ? ਸਾਡਾ ਇਹ ਸਰੀਰ ਹੈ। ਮਨ ਇਸ ਤਨ ਦੇ ਨਾਲ ਪਿਆਰ ਪਾ ਲੈਂਦਾ ਹੈ, ਤਨ ਦੇ ਸੁੱਖਾਂ ਦੇ ਨਾਲ ਪਿਆਰ ਪਾ ਲੈਂਦਾ ਹੈ। ਸਾਡੇ ਸਰੀਰ ਨੂੰ ਤਰਵਰ ਕਿਹਾ ਹੈ। ਇਹ ਗੁਰਬਾਣੀ ਕਿਸ ਨੂੰ ਸੰਬੋਧਨ ਹੈ? ਮਨ ਨੂੰ। ਮਨ ਪੰਛੀ ਹੈ। ਹੁਣ ਮਨ ਨੇ ਦਰਖਤ ਦੇ ਨਾਲ, ਸਰੀਰ ਨਾਲ ਪਿਆਰ ਪਾ ਲਿਆ।
ਉਹ ਬਿਨਸ ਹੈ ਉਹ ਮਨ ਪਛਤਾਵੇ। ਤੇ ਸਰੀਰ ਇੱਕ ਦਿਨ ਬਿਨਸ ਜਾਣਾ ਹੈ ਤੇ ਮਨ ਨੂੰ ਪਛਤਾਉਣਾ ਪੈਂਦਾ ਹੈ, ਕਿਉਂਕਿ ਪਿਆਰ ਕਿਸ ਨਾਲ ਪਾਉਣਾ ਸੀ? ਦੇਣਹਾਰ ਪ੍ਰਭੂ ਦੇ ਨਾਲ। ਉਸ ਨੂੰ ਛੱਡ ਦਿੱਤਾ। ਉਸ ਨੂੰ ਛੱਡ ਕੇ ਪਿਆਰ ਕਿਸ ਨਾਲ ਪਾ ਲਿਆ? ਸਰੀਰ ਨਾਲ। ਸਰੀਰ ਨੇ ਇੱਕ ਦਿਨ ਬਿਨਸ ਜਾਣਾ ਹੈ, ਪਛਤਾਉਣਾ ਪੈਂਦਾ ਹੈ। ਜਿਵੇਂ ਕੋਈ ਆਪਾਂ ਦਰਖਤ ਕਹੀਏ, ਦਰਖਤ ਨਾਸਵਾਨ ਹੈ ਤੇ ਆਪਾਂ ਉਹਦੀ ਛਾਂ ਨਾਲ ਪਿਆਰ ਪਾ ਲਈਏ ਤੇ ਦੁੱਖ ਹੁੰਦਾ ਹੈ। ਇਸ ਕਰਕੇ ਪਿਆਰ ਕਿਸ ਨਾਲ ਪਾਉਣਾ? ਪ੍ਰਭੂ ਦੇ ਨਾਲ। ਜੋ ਦਿਸੈ ਸੋ ਚੱਲਣਹਾਰ। ਜੋ ਵੀ ਦਿਸਦਾ ਅੱਖਾਂ ਦੇ ਨਾਲ, ਇਹ ਸਾਰੀ ਮਾਇਆ ਹੈ, ਇਹ ਸਭ ਨਾਸਵਾਨ ਹੈ, ਬਿਨਸਨਹਾਰ ਹੈ। ਲਪਟ ਰਹੋ ਤਾਂ ਅੰਧ ਅੰਧਾਰ। ਤੇ ਮਨ ਇਸ ਦੇ ਨਾਲ ਲਪਟਿਆ ਹੈ, ਅਗਿਆਨਤਾ ਦੇ ਵਿੱਚ ਫਸ ਕੇ, ਅੰਧੇਰੇ ਦੇ ਵਿੱਚ। ਇਸ ਨੂੰ ਪਤਾ ਨਹੀਂ ਕਿ ਜੋ ਦਿਸਦਾ ਉਹ ਨਾਸਵਾਨ ਹੈ, ਅਬ ਪ੍ਰਭੂ ਅਬਿਨਾਸੀ ਹੈ। ਪ੍ਰਭੂ ਦੇ ਨਾਲ ਮਿਲ ਕੇ ਅਸੀਂ ਵੀ ਅਬਿਨਾਸੀ ਹੋ ਜਾਂਦੇ ਹਾਂ। ਆਪਣੇ ਆਪ ਦੀ ਜਦੋਂ ਸਾਨੂੰ ਪਹਿਚਾਣ ਹੋ ਜਾਂਦੀ ਹੈ, ਪ੍ਰਕਾਸ਼ ਰੂਪ ਮਨ ਪ੍ਰਗਟ ਹੋ ਜਾਂਦਾ ਹੈ, ਆਪਣੇ ਦੀ ਪਹਿਚਾਣ ਹੋ ਜਾਂਦੀ ਹੈ, ਆਪਾਂ ਪ੍ਰਭੂ ਵਰਗੇ ਹੀ ਅਬਿਨਾਸੀ ਹੋ ਜਾਂਦੇ ਹਾਂ। ਸਾਨੂੰ ਪੂਰੀ ਮੱਤ ਹੋ ਜਾਂਦੀ, ਪੂਰਾ ਘਰ ਵਿੱਚ ਪਤ ਮਿਲਦੀ ਹੈ, ਪੂਰਾ ਸਾਡੇ ਕੋਲ ਪ੍ਰਭੂ ਦਾ ਨਾਮ ਦਾ ਪਰਵਾਨਾ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਆਪਣੇ ਆਪ ਨੂੰ ਪਹਿਚਾਣ ਲੈਂਦੇ ਨੇ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਤ ਪਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਬਿਨਾਸੀ। ਇਸ ਕਰਕੇ ਜੀਵ ਜਦ ਤੱਕ ਮਾਇਆ ਦੇ ਨਾਲ ਜੁੜਿਆ ਹੈ, ਅਗਿਆਨਤਾ ਦੇ ਅੰਧੇਰੇ ਦੇ ਵਿੱਚ ਹੈ, ਲਪਟਿਆ ਹੈ ਇਸ ਦੇ ਨਾਲ। ਪਰ ਇਹ ਸਾਰਾ ਕੁਛ ਨਾਸਵਾਨ ਹੈ, ਚੱਲਣਹਾਰ ਹੈ। ਬਟਾਊ ਸਿਓ ਜੋ ਲਾਵੈ ਨੇ। ਬਟਾਊ ਹੈ, ਰਾਈ ਹੈ। ਜੋ ਅੱਜ ਹੈ, ਜੋ ਚੱਲਣਹਾਰ ਚੀਜ਼ ਹੈ, ਅੱਜ ਇੱਥੇ ਹੈ, ਕੱਲ੍ਹ ਨੂੰ ਅੱਗੇ ਚਲੇ ਜਾਣਾ ਹੈ। ਜੇ ਅਸੀਂ ਇਹਨਾਂ ਦੇ ਨਾਲ ਪਿਆਰ ਪਾ ਲਵਾਂਗੇ, ਜਿਵੇਂ ਕੋਈ ਰਾਹੀ ਆਇਆ ਆਪਣੇ ਪਿੰਡ ਰੁਕਿਆ, ਕੱਲ੍ਹ ਨੂੰ ਉਸਨੇ ਅੱਗੇ ਚਲੇ ਜਾਣਾ ਹੈ, ਅਸੀਂ ਉਸ ਦੇ ਨਾਲ ਪਿਆਰ ਪਾ ਲਈਏ ਤੇ ਸਾਨੂੰ ਪ੍ਰਾਪਤ ਨਹੀਂ ਹੁੰਦਾ। ਜਿਵੇਂ ਇੱਕ ਕਹਾਣੀ ਵੀ ਆਉਂਦੀ ਹੈ, ਆਪਾਂ ਕਿੱਸਾ ਵੀ ਪੜ੍ਹਦੇ ਹੁੰਦੇ ਹਾਂ ਸੱਸੀ ਪੁੰਨੂ ਦਾ, ਉਵੇਂ ਹੀ ਇੱਥੇ ਸਾਨੂੰ ਮਨ ਤੇ ਇਸ ਮਾਇਆ ਦੀ ਗੱਲ ਚੱਲਦੀ ਹੈ। ਸਾਨੂੰ ਪ੍ਰਾਪਤ ਨਹੀਂ ਹੋਣਾ, ਕਿਉਂਕਿ ਰਾਈ ਨੇ ਅੱਗੇ ਚਲੇ ਜਾਣਾ ਹੈ, ਸਾਡਾ ਪਿਆਰ ਵਿਅਰਥ ਹੋ ਜਾਣਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਉਸ ਦੇ ਪੱਲੇ ਕੁਛ ਵੀ ਨਹੀਂ ਪੈਂਦਾ, ਉਸ ਦੇ ਹੱਥ ਨਹੀਂ ਕੁਛ ਵੀ ਆਉਂਦਾ। ਤਾ ਕੋ ਹੱਥ ਨਾ ਆਵੈ ਕਿ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹੁਣ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਸਾਰੀ ਪ੍ਰੀਤ ਛੱਡ ਕੇ ਪ੍ਰੀਤ ਕਿਸ ਨਾਲ ਪਾ? ਹਰੀ ਦੇ ਨਾਮ ਦੇ ਨਾਲ, ਜੋ ਥਿਰ ਹੈ, ਜੋ ਅਬਿਨਾਸੀ ਹੈ, ਜੋ ਤੇਰੇ ਨਾਲ ਹੀ ਨਿਵੇਗਾ। ਜਿੱਥੇ ਵੀ ਸਾਰਿਆਂ ਨੇ ਸਾਥ ਛੱਡ ਜਾਣਾ, ਧਨ ਵੀ ਛੱਡ ਜਾਣਾ, ਪਰਿਵਾਰ ਵੀ ਛੱਡ ਜਾਣਾ, ਸਭ ਕੁਝ ਛੱਡ ਜਾਣਾ ਹੈ, ਉੱਥੇ ਨਾਮ ਨੇ ਸਾਡੇ ਨਾਲ ਨਿਭਣਾ ਹੈ। ਪਹਿਲੇ ਹੀ ਆਪਾਂ ਵਿਚਾਰ ਕੇ ਆਏ ਹਾਂ ਦੂਜੀ ਅਸ਼ਟਪਦੀ ਦੇ ਵਿੱਚ, ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨੂਹਾ ਨਾਮ ਤੇਰਾ ਸੰਗ ਸਾਈ। ਇਸ ਕਰਕੇ ਉਹ ਪਹਿਲੇ ਸਮਝਾ ਦਿੱਤਾ ਸਤਿਗੁਰਾਂ ਨੇ, ਤਾਂ ਕਿ ਸਾਨੂੰ ਇਹ ਪਤਾ ਚੱਲੇ ਵੀ ਸੁਖ ਦੇਣ ਵਾਲੀ ਪ੍ਰੀਤ ਕਿਸ ਦੀ ਹੈ? ਨਾਮ ਦੀ। ਕਰ ਕਿਰਪਾ ਨਾਨਕ ਆਪ ਲੈ ਲਾਈ। ਪਰ ਇਹ ਪ੍ਰੀਤ ਕਦੋਂ ਪੈਂਦੀ ਹੈ? ਆਪ ਪ੍ਰਭੂ ਸਾਡੀ ਪ੍ਰੀਤ ਲਾ ਲੈਂਦਾ ਹੈ, ਪਰ ਕਦੋਂ ਲਾਉਂਦਾ ਹੈ? ਜਦੋਂ ਅਸੀਂ ਉਸ ਨੂੰ ਆਪਾ ਸਮਰਪਿਤ ਕਰਦੇ ਹਾਂ, ਜਦੋਂ ਅਸੀਂ ਗੁਰ ਦਾ ਗਿਆਨ ਲੈਂਦੇ ਹਾਂ, ਸਾਨੂੰ ਉਹ ਗਿਆਨ ਮਿੱਠਾ ਲੱਗਦਾ ਹੈ, ਗੁਰ ਦਾ ਸ਼ਬਦ ਮਿੱਠਾ ਲੱਗਦਾ ਹੈ, ਉਸ ਦੀ ਪ੍ਰਭੂ ਦੀ ਪ੍ਰੇਮ ਕਹਾਣੀ ਸਾਨੂੰ ਮਿੱਠੀ ਲੱਗਦੀ ਹੈ। ਫਿਰ ਪ੍ਰਭੂ ਸਾਡੇ ਮਨ ਵਿੱਚ ਆ ਕੇ ਵਸਦਾ ਹੈ। ਜਾਖੋ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਮੂਠਾ। ਫਿਰ ਆਪ ਸਾਡੀ ਪ੍ਰੀਤ ਪਾ ਲੈਂਦਾ ਹੈ।
क्योंकि जे नाम प्रगट ही नहीं होएगा तो प्रीत किमें पएगी। पर जे सानू पता है कि सब तो उच्ची जिहड़ी प्रीत है वो नाम दी नाल है, प्रभु दे नाल है, फिर असीं उस प्रीत नूं मंगांगे प्रभु तो, फिर वो सानू अपना प्यार ला लैंदा है। अपना प्यार आप लाएंदा प्यारा, अपना प्यार आप लाउंदा है प्रभु, पर जे साडे अंदर इच्छा होवेगी फिर ला लैंदा है। मिथ्या तन तन कुटुंब सवाया, जिस नूं असीं इस माया नूं सच समझी बैठे हाँ, तन नूं, ये मिथ्या है, ये झूठ है। तन भी मिथ्या है, इत्थे दा धन भी मिथ्या है, परिवार भी मिथ्या है, सारा कुछ झूठ है, सारा नासवान है, सारा चलनहार है। मिथ्या हौमै ममता माया, हौमे किसी भी चीज़ दी हौमे, तन दी हौमे, जवानी दी हौमे, रूप दी हौमे, राज दी हौमे, किन्ने तरह दी हौमे है, ज्ञान दी हौमे, सब झूठ है। ममता, किसी नाल ममता, ज़्यादा मोह माया जिहड़ी है, ये सब झूठ है। ममता माया सब झूठ है। मिथ्या राज जोबन तन माल, राज जोबन इत्थे दा तन दौलत जो है सब मिथ्या है। मिथ्या काम क्रोध विकराल, मन काम दे नाल संगी बन जाता है, क्रोध विकारां च पै जाता है, सब झूठ है। मिथ्या रथ हस्ती असबस्त्रा, इत्थे दा रथ अज सवारियां ने, कारां ने, किथे तक हैलीकैप्टरां तक ने लोग, लेकिन सब झूठ है। उस समय रथ हुंदे सी, सवारियां हुंदियां सी, कपड़े सोने पाउंदे ने, जो भी है हैबर गैबर जो है, क्योंकि जीव जद माया च फसिया हुंदा है इन्हां चीज़ां दे नाल प्यार पा लैंदा है, पर यह सारा कुछ झूठ है। मिथ्या रंग संग माया पेख हसता, जिस माया नूं देख के ये जीव खुश हुंदा है, इसके रंग नूं मान के खुश हुंदा है, हसदा है, ये महाराज कहंदे सब मिथ्या है, झूठ है, नासवान है, एक दिन छड़ जाना है। मिथ्या ध्रोह मोह अभिमान, किसी नाल ध्रोह करना, मोह दे विच, अभिमान दे विच, ये सारा कुछ ही एक दिन छड़ जाना, क्योंकि ये सारा ही छड़ के जाना है। इसकी सजा इन्हां दे नाल जुड़े रहांगे, मिथ्या दे नाल, अविनाशी नूं छड्ड के, देणहार नूं छड्ड के इन्हां नाल जुड़ांगे, पछताउणा पएगा। 84 ਲੱਖ चूना दे विच फिर भटकना पएगा। इस करके मेरा समझाउंदे ने कि झूठ नाल जुड़ना, नाल नहीं जुड़ना, जुड़ना किस नाल है, देणहार प्रभु दे नाल। मिथ्या आपस ऊपर करत गुमान, अपने ऊपर हंकार गुमान करना मिथ्या है, एक दिन नाश हो जाना है। सब संसार छड्ड के जा रहा है, संसार इथों जो भी बनाउंदा अपने जीवन दे विच एक दिन छड्ड के जाना पैंदा है। अस्थिर भगत साध की सरन, महाराज कहंदे स्थिर की है भगती प्रभु दी, पर कदों हुंदी है, साधु जनां दा संगत करके, साधु जनां दा संग करके, प्रभु दी शरण दे विच जाके फिर भगती शुरू हुंदी है। आपा समर्पित करके, आपा सौंप के, आपा प्रभु नूं समर्पित करके फिर भगती शुरू होती है। नानक जप जप जीवै हर के चरण, उन्हां जीवां दा संग करके जिहड़े जिन्हां दा जीवन की है प्रभु दे चरनां दे नाल जुड़े रहना। उत्थों फिर सानू ज्ञान मिलता है कि किवें आपां उस प्रभु दे चरनां दे विच नमस्कार करनी है, जिथे साडा होर कोई चारा नहीं, सिर्फ उस प्रभु नूं नमस्कार है, उसके चरनां च जुड़ना ही भगती है।
जिस ठाकर सो नाही चारा, ताको कीजै सद नमस्कारा। साधु जਨਾਂ ਦਾ ਸੰਗ ਕਰਕੇ ਹੀ ਸਾਨੂੰ ਪਤਾ ਚੱਲਦਾ ਕਿ ਕਿਵੇਂ ਆਪਾਂ ਪਰਮੇਸ਼ਰ ਦੇ ਚਰਨਾਂ 'ਚ ਜੁੜਨਾ ਹੈ, ਜਿੱਥੇ ਹੋਰ ਕੁਛ ਨਹੀਂ ਕਰ ਸਕਦੇ। ਜਦੋਂ ਉਸ ਪ੍ਰਭੂ ਦੀ ਸ਼ਰਨ ਵੀ ਜਾਂਦੇ ਹਾਂ, ਚਰਨਾਂ 'ਤੇ ਜੁੜਦੇ ਹਾਂ, ਬਿਨ ਬੋਲੇ ਜਾਣਦਾ ਹੈ। ਉਸਨੂੰ ਪਤਾ ਵੀ ਮੇਰੇ ਕੋਲ ਆਇਆ ਕਿਉਂ ਹੈ, ਮੇਰੀ ਸ਼ਰਨ 'ਚ ਕਿਉਂ ਆਇਆ ਹੈ। ਬੋਲਣ ਦੀ ਲੋੜ ਨਹੀਂ ਹੈ, ਬਿਨ ਬੋਲਿਆ ਸਭ ਕੀ ਜਾਣਦਾ। ਬਸ ਉਸ ਦੁਆਰ 'ਤੇ ਜਾਣਾ ਹੈ, ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣਾ ਹੈ। किन्हां दा संग करके? साधु जनां दा। सन तुम्हारी आयो नानक के प्रभ साध। आओ हुण आपां अभ्यास करदे हां, क्योंकि समाप्ति नहीं होनी। कल नूं विचार लवांगे, फिर आपां लेट हो जाएंगे। सो आओ किवें शरण दे विच जाना है, किवें आपां समर्पित करना है, क्योंकि उस देनहार नाल जुड़ना है जिसने आपां नूं दिता। जिउं जिउं आपां विचारदे जावांगे अगे अगे, नाल नाल होर सानूं भेत खुलदा जाएगा। पर आओ नाल दी नाल आपां अभ्यास भी करिए, मन दे विच वसाइए भी उस सुखां दी मनी जो नाम है, जिस तुम जिन्हां दे मन विच वस गई, वो संसार दे विच सब तो वड्डे ने, सब तो उच्चे ने। जिन्हां दे मन दे विच नाम बस जांदा है, भगतां दे मन विच बस जांदा है। भगत ऊंचे ने, बट ऊंचे महल दे विच वसदे ने। अगे आपां विचारते जावांगे। पर आओ किवें जाना है उस प्रभु दी शरण दे विच? मन ने। मन किथे है? तन दे विच। ए शरीरा मेरेआ हर तू मैं जोत रखी, तां तू जग मैं आया। इस शरीर दे विच जोत रखी है, तां ये शरीर संसार विच आया है। जोत की है? मन। मन तू जोत स्वरूप है, अपना मूल पछाण। मन जोत है ते जोत इस शरीर च रखी, पर रखी किथे है? ए नेत्रो मेरे हर तू मैं जोत धरी, हर बिना वरना देखो कोई। हुण नेत्रां दे विच जोत है ते देखना है नेत्रां द्वारा परमेश्वर नूं। जदों आपां परमेश्वर नूं जाण लिया, फिर ये संसार भी उस दा रूप है। ये वे संसार तुम देखदे, ये हर का रूप है। सो किवें देखना है, किवें शरण जाना है? आपां एक दृष्ट होना। पहला दो नेत्र ने, दो नेत्रां च जोत है, इस करके दो जोतां ने। जिन्नी देर दो जोतां, उसनूं कह देता है दाल। दाणा दी दाल हो, दल दईए। दलिया होया दाणा कदे उगदा नहीं है, पहला भी आपां विचारिया सी। पत भी उतर जाता है, इदां ही साडी पत उतरी है, आपां विचारिया ना, बिना आवे पत जाए। बियो बीज पत लै गए, अब क्यों उगवै दल। सच काल कूड़ वरत्या, कल कालख बेताल। बियो बीज पत लै गए, अब क्यों उगवै दल। जे एक होए तां उगवै, रुती हूँ रुत होए, नानक पाहे बारा कोरा रंग ना सोए। जे एक हो जावे, फिर किसी भी रुत विच उग सकता है, क्योंकि इसके वास्ते कोई रुत नहीं है। 12 महीने उगता है, 12 महीने फल देता है नाम, पर एक होना चाहिए। इस करके दो जोतां एक होनी चाहिए ने। आओ आपां पहला परखना है अपने आप नूं कि साडी अवस्था की है। असी एक जोत हाँ, एक दृष्ट हाँ कि दो दृष्ट हाँ। साडा मन एक जोत है जां दो जोतां दे विच है। किवें परखांगे? दोनों नेत्रां नूं इस पॉइंट ते फोकस करना है, दृष्टि नूं। दोनों नेत्रां नूं इस पॉइंट ते देखना है, इस पॉइंट ते ध्यान लगाना है। नक दा जो ए मूली कुरुंबल है, इत्थे इत्थे देखना की है। इत्थे दृष्टि नूं फोकस करके इत्थे देखना कि नक दिसदा जां नहीं। जेकर नक दिसदा है, फिर साडा मन दो जोतां विच है। दो
जे नक नहीं दिसदा ते एक जोत हाँ, एक दृष्ट हाँ, ये परखना है। जे आपां नूं नक दिसदा दो जोतां विच हाँ मन दो जोतां ने, जिन्हों दुचित्ती कह दईए, दुबदा कह दईए, तो फिर आपां ये देखना है कि किस पासे साडा ध्यान है। साडा ध्यान सूरज वाले पासे है जिधर तपस है, या चंद्रम वाले पासे है जिधर ठंड है, जिधर चिंतावां ने, सज्जे पासे सूरज वाले पासे बैर विरोध नफरत है, काम क्रोध है। ये देखना है। जहाँ सतो गुण ते है, जिथे पुण्य दान समाज सेवा आदि विचार आ जाते ने जीव नूं, तीनों गुण ने देखना है। सज्जे नक दिसता है, फिर साडा ध्यान सज्जे पासे है, सूरज वाले पासे है, खब्बे पासे नक दिसता है, चंद्रमा वाले पासे है, ते जे विचाले दिसता है फिर आपां सतो गुण ते हाँ। सज्जे तमो गुण है, खब्बे रजो गुण, विचाले सतो गुण। जे नहीं दिसदा एक दृष्ट हाँ। इन्ना आपां परखना है इस पॉइंट ते दृष्टि फोकस करके अपने आप नूं। उस तो बाद आप जी नूं आवाज़ देवांगे कि ध्यान सामने लैके आओ। इत्थों आपां की करना, दृष्टि सामने कर देनी है। फिर मैं आवाज़ देवांगा आप जी नूं कि ध्यान मस्तक दे सामने लै जाओ, पलकां उत्ते चुक दे। फिर सामने कवांगे, फिर बाप सामने, फिर जदों कवांगे सम करो, फिर इत्थे दृष्टि फोकस करके देखना है। जे कोई नवां जीव उसनूं नक दिसदा है, पूरे विश्वास के नाल उसने ये ध्यान लगाउणा है। जदों कवांगे सामने, विश्वास शंका ना आवे मन दे विच। ते जदों कवांगे मस्तक के सामने, फिर मस्तक के सामने, फिर जदों कवांगे सामने, फिर बाप सामने, फिर जदों कवांगे सम करके इत्थे दृष्टि फोकस करके फिर देखना है। जे नक दिसदा है, जे पूरे विश्वास नाल ये अभ्यास कर लेगा, एक दृष्ट हो जाएगा, उसनों अपना नक नजर नहीं आएगा, एक जोत हो जाएगा। कि करना किसने है? सामने बैठा, सारे दे सामने बैठा है प्रभु। सिर्फ इस मार्ग ते चलना है, इन्ना नेड़े है, वो सानू दो ते कर देगा। जिन्होंने ये पा गया उन्हों दे मन दे विच आके बस जाता है। सो आओ करिए, पहला नेत्र सम करके अपने आप को थोड़ा परखो, फिर जदों कवांगे अगे ध्यान उमें चलना है। सामने लेके आइए ध्यान। मस्तक दे सामने लै जो, पलका उत्ते चुक दो।
फिर सामने लेके आइए। फिर नक ते सम करिए, फिर दृष्टि नूं फोकस करिए नक दे पॉइंट ते देखिए अपने आप नूं। जे किसी नूं पहला नक दिसदा सी, हुण उसने देखना है कि दिसनों हट गया, जां एक परछाई की तरह खब्बे पासे सानूं सिर्फ परछाई, एक धुंधलापन जिहा दिख सकता है खब्बे पासे। नीचे लेके जाओ ध्यान। हुण नीचे जो आप इत्थे जिथे बैठे, जो थले विछया है, फर्ज करो आप बैड ते बैठे हाँ, जो बैड के उत्ते चादर विछी है, उस चादर तो थोड़ा ऊपर देखने की कोशिश करनी आपां ते इत्थे सानू प्रकाश अनुभव होना शुरू हो जाए। जिमें सरोवर दे विच जल दीयां लहरां हुंदियां ने, इदां ही इत्थे सानू प्रकाश दीयां लहरां अनुभव होने शुरू हो जांदियां ने। फिर सम करके देखिए अपने आप ने।
फिर नीचे लै जो ध्यान। फिर सम करके देखिए अपने आप ਨੂੰ। फिर नीचे लै जो ध्यान। फिर सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਦੇ ਨਾਲ
उस प्रभु नूं आपां नमस्कार करना है, मन निभना है जिथों श्वास दे के पाल रहा है। जिन्हां नूं ये मिठा लग गया, ये ज्ञान है, क्योंकि इत्थों प्रभु दे चरण शुरू हो जाते ने ते उन्हां दे मन विच आके बस जाता है। इस करके मेरा समझाते ने, जिस ठाकर स्यो नाही चारा ताको कीजै साध नमस्कार। सदा इन्ना ही निमक निमक ठाकुर नमस्कार है, नानक ओ अपरस सगल निस्तार है। जिन्हां नूं इन्ना ज्ञान मिठा लग गया, पा गया, उन्हां दे मन दे विच आके बस जाता है, उन्हां नूं अपना हुक्म मना लेंदा है, उन्हां नूं खजाना बख्शित कर दिंदा है, जिहदे विच सारा कुछ ही आ जाता है। जो सब ते वड्डा खजाना है नाम दा, जो अगंत है, जो गिनती मिनती दे विच नहीं है, जो अपार है, जो अनहद है, अखुट है, वो खजाना मालिक बख्शिश कर दिंदा है। सो गुरमुख प्यारिओ, इन्ना को अभ्यास जिहड़ा है प्रभु नूं मिलन दे वास्ते कोई बहुता आपां नूं मशक्कत नहीं करनी पैंदी, शरीर नूं कष्ट नहीं देने पैंदे, सिर्फ अपने मन नूं प्रभु दे चरनां च जोड़ना पैंदा है। जिन्हां नूं ये पा जांदा, इन्ना को ज्ञान पा जांदा है, उन्हां दे मन दे विच आके नाम भी बस जांदा है, उन्हां नूं अपना हुक्म भी मना लैंदा है, आप भी मन विच बस जांदा है। सो इन्नी क विचार करदे हां, बहुत सारियां भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।